ਬੀਜ ਘੁਟਾਲੇ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਤੇ ਇਸ ਮਾਮਲੇ 'ਚ ਹੁਣ ਮੁੜ ਤੋਂ ਲੁਧਿਆਣਾ ਵਿਖੇ ਖੇਤੀਬਾੜੀ ਅਫਸਰ ਵੱਲੋਂ ਬੀਜ ਦੀਆਂ ਦੁਕਾਨਾਂ ਤੇ ਚੈਕਿੰਗ ਅਭਿਆਨ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਲੁਧਿਆਣਾ ਦੇ ਚੀਫ ਐਗਰੀਕਲਚਰ ਅਫਸਰ ਨਰਿੰਦਰਪਾਲ ਭੈਣੀਵਾਲ ਨੇ ਦੱਸਿਆ ਕਿ ਬਰਾੜ ਬੀਜ ਸਟੋਰ ਦੇ ਖਿਲਾਫ ਖੇਤੀਬਾੜੀ ਮਹਿਕਮੇ ਵੱਲੋਂ ਕਾਰਵਾਈ ਕਰਦਿਆਂ ਲਾਇਸੈਂਸ ਰੱਦ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਲੁਧਿਆਣਾ ਦੇ ਬਾਹਰ ਬਣੀਆਂ ਬੀਜ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ ਅਤੇ 168 ਸੈਂਪਲ ਭਰੇ ਜਾ ਚੁੱਕੇ ਨੇ। ਇਹਨਾਂ ਨੂੰ ਗੁਰਦਾਸਪੁਰ ਲੈਬ 'ਚ ਚੈਕਿੰਗ ਲਈ ਭੇਜ ਦਿੱਤਾ ਗਿਆ। ਉਹਨਾਂ ਦੱਸਿਆ ਕਿ ਬਰਾੜ ਬੀਜ ਸਟੋਰ ਦੇ ਸੈਂਪਲ ਫੇਲ ਹੋਣ ਕਰਕੇ ਉਹਨਾਂ ਤੇ ਇਹ ਕਾਰਵਾਈ ਕੀਤੀ ਗਈ ਹੈ। ਵੈਸੇ ਤਾਂ ਅਸੀਂ ਆਪ 5-6 ਦਿਨਾਂ ਦੀ ਜਿੰਨੇ ਵੀ ਬੀਜਾਂ ਦੀਆਂ ਦੁਕਾਨਾਂ ਨੇ ਉਹਨਾਂ ਦੀ ਡਰਾਈਵ ਚਲਾਈ ਵੀ ਆ। ਅਸੀਂ ਤਕਰੀਬਨ 168 ਸੈਂਪਲ ਜਿਹੜੀਆਂ ਹੈਗੀਆਂ ਸਾਰੇ ਲੁਧਿਆਣੇ ਦੀਆਂ ਦੁਕਾਨਾਂ ਤੋਂ ਭਰ ਚੁੱਕੇ ਹਾਂ ਤੇ ਉਹਨਾਂ ਨੂੰ ਸੀ ਟੈਸਟਿੰਗ ਲੈਬ ਗੁਰਦਾਸਪੁਰ ਭੇਜ ਚੁੱਕੇ ਹਾਂ। ਪਰ ਫਿਰ ਵੀ ਅੱਜ ਅਸੀਂ ਸਾਨੂੰ ਤਾਂ ਦੁਬਾਰਾ ਕਹੇਗਾ ਵੀ ਫਿਰ ਯੂਨੀਵਰਸਿਟੀ ਦੀ ਜਿਹੜੀਆਂ ਮੂਹਰੇ ਦੁਕਾਨਾਂ ਨੇ ਉਹਨਾਂ ਨੂੰ ਸਪੈਸ਼ਲੀ ਤੌਰ ਤੇ ਉੱਤੇ ਚੈੱਕ ਕਰੋ। ਅੱਜ ਅਸੀਂ ਦੁਬਾਰਾ ਪੁਲਿਸ ਜਿਹੜੀ ਹੈਲਪ ਦੇ ਨਾਲ ਵੀ ਤਾਂ ਕਿ ਕੋਈ ਵੀ ਖੂੰਜਾ ਖਾਲੀ ਨਾ ਰਹੇ, ਤਾਂ ਕਿ ਕਿਸਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਵਧੀਆ ਤੇ ਸਤਿਜਾ ਵੀ ਮੁਹੱਈਆ ਹੋਵੇ। ਅਸੀਂ ਹੁਣ ਦੁਬਾਰਾ ਫਿਰ ਚੈਕਿੰਗ ਲਈ ਆਏ। ਦੱਸਦੇ ਕਿ ਬੀਜ ਘੁਟਾਲੇ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ। ਤੁਹਾਨੂੰ ਦੱਸਦੇ ਕਿ ਇਸ ਮੁੱਦੇ ਤੇ ਪਿਛਲੇ ਦਿਨੀ ਸਿਆਸਤ ਵੀ ਹੁੰਦੀ ਨਜ਼ਰ ਆਈ ਸੀ ਤੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗੂਆਂ ਵੱਲੋਂ ਇਹ ਕਾਰਵਾਈ ਕਰਨ ਦੀ ਇਸ ਤੇ ਮੰਗ ਕੀਤੀ ਗਈ ਸੀ। ਭਾਵੇਂ ਕਰਨਾਲ ਬੀਜ ਸਟੋਰ ਦੀ ਗੱਲ ਕੀਤੀ ਜਾਵੇ ਤੇ ਹੁਣ ਜੋ ਬਰਾੜ ਬੀਜ ਸਟੋਰ ਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ, ਉਹਨਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ। ਸੋ ਵੱਡੀ ਕਾਰਵਾਈ ਕੀਤੀ ਗਈ ਖੇਤੀਬਾੜੀ ਵਿਭਾਗ ਵੱਲੋਂ। ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਗਾਤਾਰ ਵੱਖ-ਵੱਖ ਬੀਜ ਸਟੋਰਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ, ਸੈਂਪਲ ਭਰੇ ਜਾ ਰਹੇ ਨੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪੈ ਸਕੇ, ਕਿਉਂਕਿ ਕਰੋਨਾ ਮਹਾਮਾਰੀ ਦੇ ਚੱਲਦੇ ਲਗਾਤਾਰ ਹਰੇਕ ਵਰਗ ਇਸ ਨਾਲ ਪ੍ਰਭਾਵਿਤ ਹੈ। ਤੇ ਉਸ ਤੋਂ ਬਾਅਦ ਖੇਤੀਬਾੜੀ ਵਿਭਾਗ ਨੇ ਸਖਤ ਐਕਸ਼ਨ ਲੈਂਦਿਆਂ ਬੀਜ ਘੁਟਾਲੇ ਦੇ ਮਾਮਲੇ ਦੇ ਵਿੱਚ ਬਰਾੜ ਬੀਜ ਸਟੋਰ ਦਾ ਜੋ ਲਾਇਸੈਂਸ ਹੈ ਉਹ ਰੱਦ ਕਰ ਦਿੱਤਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਖੇਤੀਬਾੜੀ ਅਫਸਰ ਵੱਲੋਂ ਬੀਜ ਦੀਆਂ ਦੁਕਾਨਾਂ ਤੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ। ਇਸ ਦੇ ਨਾਲ ਹੀ ਹੋਰ ਵਧੇਰੇ ਜਾਣਕਾਰੀ ਲਵਾਂਗੇ। ਸਾਡੇ ਨਾਲ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਵਨੀਤ ਕਪੂਰ ਲਾਈਵ ਜੁੜ ਚੁੱਕੇ ਨੇ। ਵਨੀਤ, ਬੀਜ ਘੁਟਾਲੇ ਦਾ ਮਾਮਲਾ ਲਗਾਤਾਰ ਤੁਲ ਫੜਦਾ ਨਜ਼ਰ ਆ ਰਿਹਾ ਸੀ, ਸਿਆਸਤ ਵੀ ਗਰਮਾਉਂਦੀ ਨਜ਼ਰ ਆ ਰਹੀ ਸੀ ਤੇ ਹੁਣ ਖੇਤੀਬਾੜੀ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਬਰਾੜ ਬੀਜ ਸਟੋਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਅਤੇ ਲਾਇਸੈਂਸ ਰੱਦ ਕਰ ਦਿੱਤਾ ਗਿਆ। ਬਿਲਕੁਲ, ਦੇਖੋ ਸਿੱਧੇ ਤੌਰ ਤੇ ਅਗਰ ਬਰਾੜ ਸੀਡ ਦੀ ਗੱਲ ਕਰੀਏ ਤੇ ਜਿਸ ਤਰ੍ਹਾਂ ਨਾਲ ਕਹਿ ਸਕਦੇ ਆ ਝੋਨੇ ਦੀ ਜਿਹੜੀ ਇੱਕ ਕਿਸਮ ਜਿਹੜੀ ਹੈ ਬਰਾੜ ਫੀਡ ਦੀ ਤਰਫੋਂ ਵੇਚੀ ਜਾ ਰਹੀ ਸੀ ਔਰ ਸਿੱਧੇ ਤੌਰ ਤੇ ਬਰਾੜ ਸੀਡ ਦਾ ਕਹਿਣਾ ਸੀ ਕਿ 129 ਜਿਹੜੀ ਕਿਸਮ ਹੈ ਜਾਂ ਫਿਰ 128 ਜਿਹੜੀ ਕਿਸਮ ਹੈ ਜਿਹੜੀ ਹਜੇ ਯੂਨੀਵਰਸਿਟੀ ਨੇ ਸਰਟੀਫਾਈਡ ਨਹੀਂ ਕੀਤੀ ਸੀ, ਉਹ ਇਹ ਸੀਡ ਬਰਾੜ ਫੀਡ ਸੀਡ ਵੇਚਦਾ ਹੋਇਆ ਨਜ਼ਰ ਆ ਰਿਹਾ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਰੋਸ਼ ਮੁਜ਼ਾਹਰਾ ਵੀ ਕੀਤਾ ਸੀ। ਵਿਰੋਧੀ ਧਿਰ ਇਸ ਮਸਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਬੀਜੇਪੀ ਦੀ ਗੱਲ ਕਰੀਏ, ਕਾਂਗਰਸ ਨੂੰ ਘੇਰਦੇ ਹੋਏ ਵੀ ਨਜ਼ਰ ਆ ਰਹੇ ਸੀ। ਸਿੱਧੇ ਤੌਰ ਤੇ ਕਹਿ ਰਹੇ ਸੀ ਕਿ ਮੰਤਰੀਆਂ ਦੀ ਸਰਪ੍ਰਸਤੀ ਹੇਠ ਬਰਾੜ ਸੀਡ ਉਹ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਹੈ। ਔਰ ਇਸ ਤੋਂ ਇਲਾਵਾ ਅਗਰ ਆਪਾਂ ਇੱਕ ਹੋਰ ਜਿਹੜੀ ਫੈਕਟਰੀ ਹੈ ਜਿਹੜੀ ਡੇਰਾ ਬਾਬਾ ਨਾਨਕ ਵਿਖੇ ਲੱਗੀ ਹੋਈ ਹੈ ਕਰਨਾਲ ਸੀਡ ਦੇ ਨਾਂ ਤੇ, ਉਸ ਦੇ ਉੱਪਰ ਵੀ ਗੰਭੀਰ ਆਰੋਪ ਲਾਏ ਗਏ ਸੀ ਕਿ ਜਿਹੜਾ ਬਰਾੜ ਸੀਡ ਬੀਜ ਵੇਚ ਰਿਹਾ ਇਹ ਕਰਨਾਲ ਸੀਡ ਨੇ ਬਣਾਏ ਸੀ ਔਰ ਉਹੀ ਉਸ ਨੂੰ ਸਪਲਾਈ ਕਰਦਾ ਹੋਇਆ ਨਜ਼ਰ ਆ ਰਿਹਾ ਸੀ। ਇਸ ਮਾਮਲੇ ਦੇ ਵਿੱਚ FIR ਦਰਜ ਹੋਈ ਸੀ ਔਰ ਕੱਲ ਦੇਰ ਰਾਤ ਹੀ ਜਿਹੜੀ ਪੁਲਿਸ ਹੈ ਪੰਜਾਬ ਦੀ, ਉਸਨੇ ਬਰਾੜ ਸੀਡ ਦੇ ਓਨਰ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਸੀ। ਪੁੱਛਗਿੱਛ ਜਾਰੀ ਹੈ ਔਰ ਹੁਣ ਅਗਰ ਇਸ ਮਾਮਲੇ ਦੀ ਗੱਲ ਕਰੀਏ ਤੇ ਖੇਤੀਬਾੜੀ ਮਹਿਕਮੇ ਨੇ ਲਾਇਸੈਂਸ ਉਹ ਰੱਦ ਕਰ ਦਿੱਤਾ ਬਰਾੜ ਸੀਡ ਦਾ, ਕਿਉਂਕਿ ਵੱਡੇ ਆਰੋਪ ਲਾਏ ਜਾ ਰਹੇ ਸੀ ਕਿ ਬਿਨਾਂ ਸਰਟੀਫਾਈਡ ਹੋਏ ਇੱਕ ਬੀਜ ਹੈ ਕਿੱਦਾਂ ਕਿਸਾਨਾਂ ਨੂੰ ਸਪਲਾਈ ਕੀਤਾ ਜਾ ਰਿਹਾ, ਕਿਉਂਕਿ ਇਹ ਕਿਸਾਨਾਂ ਦੀ ਖੇਤੀ ਲਈ ਇੱਕ ਵੱਡੀ ਪਰੇਸ਼ਾਨੀ ਦਾ ਸਬਬ ਵੀ ਸੀ ਔਰ ਇੱਕ ਵੱਡੀ ਸਮੱਸਿਆ ਵੀ ਸੀ। ਕਿਉਂਕਿ ਅਗਰ ਬਿਨਾਂ ਸਰਟੀਫਾਈਡ ਬੀਜ ਹੈ ਉਹ ਕਿਸਾਨ ਉਸਦੀ ਖੇਤੀ ਕਰਦਾ ਹੈ ਤੇ ਫਿਰ ਜਦੋਂ ਉਸਦੀ ਖਰੀਦ ਸ਼ੁਰੂ ਹੁੰਦੀ ਹੈ ਤੇ ਨਾ ਤੇ ਉਸਦੀ MSP ਲੱਗ ਪਾਏਗੀ, ਨਾ ਹੀ ਕੋਈ ਏਜੰਸੀ ਹੈ ਉਹ ਝੋਨੇ ਦੀ ਫਸਲ ਹੈ ਉਹ ਖਰੀਦ ਪਾਏਗੀ। ਤੇ ਇਸ ਕਰਕੇ ਇੱਕ ਵੱਡਾ ਘੁਟਾਲਾ ਨਿਕਲ ਕੇ ਸਾਹਮਣੇ ਆਇਆ ਸੀ ਜਿਹਦੇ ਵਿੱਚ ਇੰਡੀਪੈਂਡੈਂਟ ਜਾਂਚ ਦੀ ਵੀ ਮੰਗ ਹੋ ਰਹੀ ਸੀ। ਲੇਕਿਨ ਹੁਣ ਪੁਲਿਸ ਐਕਸ਼ਨ ਦੇ ਵਿੱਚ ਆਉਂਦੀ ਹੋਈ ਨਜ਼ਰ ਆ ਰਹੀ ਹੈ। ਖੇਤੀਬਾੜੀ ਮਹਿਕਮਾ ਉਹ ਹੁਣ ਇਸ ਮਾਮਲੇ ਦੇ ਵਿੱਚ ਐਕਸ਼ਨ ਚਾਹੁੰਦਾ ਹੋਇਆ ਨਜ਼ਰ ਆ ਰਿਹਾ। ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਹਾਲਾਂਕਿ ਬਰਾੜ ਬੀਜ ਸਟੋਰ ਦੇ ਖਿਲਾਫ ਤਾਂ ਕਾਰਵਾਈ ਕੀਤੀ ਗਈ ਖੇਤੀਬਾੜੀ ਵਿਭਾਗ ਦੇ ਵੱਲੋਂ, ਪਰ ਜੋ ਉਹਨਾਂ ਨੂੰ ਸਪਲਾਈ ਕਰਦੇ ਸਨ, ਬੀਜ ਭੇਜਦੇ ਸਨ, ਕਰਨਾਲ ਸੀਡ ਦੀ ਗੱਲ ਕੀਤੀ ਗਈ ਸੀ ਕਿ ਕਰਨਾਲ ਬੀਜ ਜੋ ਫੈਕਟਰੀ ਹੈ ਜੋ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਲੱਗੀ ਹੋਈ ਹੈ ਉਸ ਦੇ ਖਿਲਾਫ ਹਾਲੇ ਤੱਕ ਕੋਈ ਸਖਤ ਐਕਸ਼ਨ ਨਹੀਂ ਲਿਆ ਗਿਆ।
ਬਿਲਕੁਲ ਦੇਖੋ ਉਸ ਦੀ ਵੀ ਮੰਗ ਲਗਾਤਾਰ ਉੱਠਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਸੇ ਮੁੱਦੇ ਨੂੰ ਲੈ ਕੇ ਜਿੱਥੇ ਕੈਬਨਿਟ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਦੇ ਨਜ਼ਰ ਆ ਰਹੇ ਨੇ, ਦੂਜੇ ਪਾਸੇ ਸਰਕਾਰ ਦੀ ਵੀ ਮਨਸ਼ਾ ਤੇ ਸਵਾਲ ਖੜੇ ਕਰ ਰਹੇ ਨੇ ਕਿ ਕਿਉਂ ਇਸ ਫੈਕਟਰੀ ਨੂੰ ਪਰਮਿਸ਼ਨ ਦਿੱਤੀ ਗਈ। ਔਰ ਜੇਕਰ ਆਪਾਂ ਪੈਕੇਜਿੰਗ ਦੀ ਗੱਲ ਕਰੀਏ ਤੇ ਜਿਹੜਾ ਆ ਬੀਜ ਕਿਸਾਨਾਂ ਨੂੰ ਵੰਡਿਆ ਜਾ ਰਿਹਾ ਸੀ, ਆ ਬੀਜ ਜਿਹੜਾ ਇਸ ਦੇ ਉੱਪਰ ਜਿਹੜੀ ਪੈਕੇਜਿੰਗ ਹੈ ਉਸ ਦੇ ਉੱਪਰ ਸਿੱਧੇ ਤੌਰ ਤੇ ਕਰਨਾਲ ਸੀਡ ਦਾ ਐਡਰੈਸ ਦਿੱਤਾ ਗਿਆ ਔਰ ਕਰਨਾਲ ਸੀਡ ਜਿਹੜੀ ਆ ਉਹ ਡੇਰਾ ਬਾਬਾ ਨਾਨਕ ਵਿਖੇ ਫੈਕਟਰੀ ਲੱਗੀ ਸੀ। 2015 ਦੇ ਵਿੱਚ ਇਹ ਫੈਕਟਰੀ ਲਾਈ ਗਈ ਸੀ। ਹਾਲਾਂਕਿ ਉਸ ਸਮਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਉਸ ਸਮਾਂ ਵੀ ਇਸਨੇ ਕਈ ਬੀਜ ਜਿਹੜੇ ਨੇ ਉਹ ਕਿਸਾਨਾਂ ਨੂੰ ਦਿੱਤੇ ਨੇ। ਲੇਕਿਨ ਹੁਣ ਆ ਜਿਹੜਾ ਮਸਲਾ ਨਿਕਲ ਕੇ ਸਾਹਮਣੇ ਆਇਆ, ਆਹੀ ਵੇਖਣ ਵਾਲੀ ਗੱਲ ਰਹੇਗੀ ਕਿ ਕਦੋਂ ਇਸ ਮਾਫੀ ਮਾਮਲੇ ਚਾਹੂੰਗਾ, ਦੀ। ਤੁਹਾਨੂੰ ਰੋਕਣਾ ਚਾਹੂੰਗਾ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਆ ਫੋਨ ਲਾਈਨ ਤੇ ਮੌਜੂਦ ਨੇ। ਵਲਟੋਆ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਐਨਬੀ ਨਿਊਜ਼ ਤੇ ਸਵਾਗਤ ਹੈ। ਥੈਂਕ ਯੂ ਜੀ, ਮਿਹਰਬਾਨੀ। ਵਲਟੋਆ ਸਾਹਿਬ, ਤੁਹਾਡੇ ਵੱਲੋਂ ਜੋ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਬੀਜ ਘੁਟਾਲੇ ਦੇ ਵਿੱਚ, ਤੇ ਖੇਤੀਬਾੜੀ ਵਿਭਾਗ ਦੇ ਵੱਲੋਂ ਹੁਣ ਬਰਾੜ ਬੀਜ ਸਟੋਰ ਦੇ ਖਿਲਾਫ ਕਾਰਵਾਈ ਕੀਤੀ ਗਈ ਔਰ ਲਾਇਸੈਂਸ ਰੱਦ ਕਰ ਦਿੱਤਾ ਗਿਆ, ਕੀ ਕਹਿਣਾ ਚਾਹੋਗੇ? ਦੇਖੋ, ਇਹ 'ਚ ਕੋਈ ਦੁਰਾਵਾ ਨਹੀਂ। ਜਿਹੜੇ ਲੋਕ ਵੀ ਇਸ ਘੁਟਾਲੇ 'ਚ, ਇਸ ਘਪਲੇ 'ਚ ਸ਼ਾਮਲ ਨੇ, ਜਿਨ੍ਹਾਂ ਲੋਕਾਂ ਨੇ ਵੀ ਕਿਸਾਨਾਂ ਨਾਲ ਠੱਗੀ ਮਾਰੀ ਹੈ, ਧੋਖਾ ਕੀਤਾ ਆ, ਬੀਜ ਸਪਲਾਈ ਕੀਤਾ ਆ, ਉਹਨਾਂ ਸਾਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਔਰ ਬਰਾੜ ਸੀਡ ਸਟੋਰ ਵਾਲੇ ਜਿਨ੍ਹਾਂ ਕੋਲ ਉੱਥੇ ਬਰਾਮਦੀ ਹੋਈ ਹੈ, ਜਿਨ੍ਹਾਂ ਦੇ ਸੈਂਪਲ ਵੀ ਫੇਲ ਹੋ ਗਏ ਨੇ, 128 129 PR ਦੇ ਨਾਂ ਤੇ ਜਿਹੜਾ ਕਿਸਾਨਾਂ ਨੂੰ ਜਿਹੜੇ ਬੀਜ ਸਪਲਾਈ ਕਰ ਰਹੇ ਸੀਗੇ, ਉਹ ਤਾਂ ਫੜ ਲਏ। ਪਰ ਜਿੱਥੋਂ ਇਹ ਜਿਹੜੀ 128 ਤੇ 129 PR ਦੇ ਨਾਂ ਦੇ ਉੱਤੇ ਇਹਨਾਂ ਨੂੰ ਬੀਜ ਸਪਲਾਈ ਹੋਇਆ ਆ, ਕਰਨਾਲ ਐਗਰੀ ਸੀਡ ਵਾਲੇ ਜਿਹੜੇ ਨੇ, ਉਹਨਾਂ ਵੱਲ ਕਿਸੇ ਨੇ ਝਾਕੇ ਤੱਕ ਨਹੀਂ। ਇਸ ਕਰਕੇ ਨਹੀਂ ਝਾਕਿਆ ਕਿ ਉਹ ਸੁਖਜਿੰਦਰ ਸੁਖੀ ਰੰਧਾਵਾ ਜਿਹੜੇ ਕੈਬਨਿਟ ਮਿਨਿਸਟਰ ਨੇ, ਉਹਨਾਂ ਦੇ ਨਜ਼ਦੀਕ ਨੇ। ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮੇਨ ਦੋਸ਼ੀ ਹੈ ਲਖਵਿੰਦਰ ਸਿੰਘ ਲੱਕੀ, ਜਿਹਨੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਆ, ਔਰ ਪੰਜਾਬ ਦੇ ਉਹ ਕਿਸਾਨ ਜਿਹੜੇ ਬੀਜ ਨੂੰ ਸਧਾਰਣਾ ਬੀਜਦੇ ਨੇ ਔਰ ਫਿਰ ਪੁੱਤਾਂ ਵਾਂਗ ਪਾਲਦੇ ਨੇ, ਤੇ ਉਹਦੇ ਉੱਤੇ ਦੇ ਸਾਰਾ ਕੁਝ ਨਿਰਭਰ ਕਰਦਾ ਹੁੰਦਾ। ਤੇ ਅੱਜ ਬੀਜ ਦੇ ਵਿੱਚ ਵੀ ਧੋਖਾ ਜਿਹੜਾ ਆ ਕੈਪਟਨ ਸਰਕਾਰ ਦੇ ਸਮੇਂ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਵਰਗਿਆਂ ਦੇ ਜਿਹੜੇ ਚਹੇਤੇ ਨੇ, ਉਹਨਾਂ ਵੱਲੋਂ ਕੀਤਾ ਜਾ ਰਿਹਾ, ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਔਰ ਜਿਹੜੇ ਵੀ ਦੋਸ਼ੀ ਨੇ, ਜਿਨ੍ਹਾਂ ਨੇ ਵੀ ਇਹ ਮਾਲ ਜਿਹੜਾ ਅੱਗੇ ਸਪਲਾਈ ਕੀਤਾ, ਬੀਜ ਸਪਲਾਈ ਕੀਤਾ ਆ, ਚਾਹੇ ਬਰਾੜ ਸੀਡ ਸਟੋਰ ਵਾਲੇ ਨੇ, ਚਾਹੇ ਹੋਰ ਕੋਈ ਨੇ, ਔਰ ਖਾਸ ਕਰਕੇ ਜਿਨ੍ਹੇ ਇਹ ਸਾਰੀ ਗੇਮ ਬਣਾਈ ਹੈ, ਗੇਮ ਰਚੀ ਹੈ, ਜਿਹਨੇ ਘਟਾਲਾ ਸਾਰਾ ਕੀਤਾ ਆ, ਲਖਵਿੰਦਰ ਸਿੰਘ ਲੱਕੀ, ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਸਾਨੂੰ ਇਸ ਗੱਲ ਦਾ ਦੁੱਖ ਹੈ ਔਰ ਹੋਣੀ ਚਾਹੀਦੀ ਹੈ। ਬਿਲਕੁਲ ਵਲਟੋਆ ਸਾਹਿਬ, ਜੋ ਸਪਲਾਈ ਕਰਦੇ ਸਨ ਬਰਾੜ ਬੀਜ ਨੂੰ, ਜੋ ਬੀਜ ਸਟੋਰ ਆਪਣਾ ਸਪਲਾਈ ਕਰਦੇ ਸਨ, ਉਹਨਾਂ ਦੇ ਖਿਲਾਫ ਹਲੇ ਤੱਕ ਸੂਬਾ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ, ਖੇਤੀਬਾੜੀ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜੇਕਰ ਹੁਣ ਉਹਨਾਂ ਤੇ ਤੁਹਾਡੇ ਵੱਲੋਂ ਕਿਹਾ ਗਿਆ ਕਿ ਸੂਬਾ ਸਰਕਾਰ ਦੀ ਸ਼ਹਿ ਉਹਦੇ ਉੱਤੇ ਜੋ ਬੀਜ ਹੈ ਉਹਦਾ ਘੁਟਾਲਾ ਚੱਲ ਰਿਹਾ ਹੈ, ਜੇਕਰ ਕਰਨਾਲ ਸੀਡ ਫੈਕਟਰੀ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡਾ ਕੀ ਅਗਲਾ ਕਦਮ ਹੋਏਗਾ? ਤੇ ਦੇਖੋ, ਕੁਦਰਤੀ ਹੈ ਕਿ ਜੇ ਕਾਰਵਾਈ ਨਹੀਂ ਕਰਦੇ ਫਿਰ ਜਿਹੜਾ ਆ ਕੁਦਰਤੀ ਇਹਦਾ ਰੋਸ ਜਿਹੜਾ ਜ਼ਾਹਰ ਹੋਊਗਾ, ਔਰ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੂੰ ਮਜਬੂਰ ਕਰੂਗਾ ਕਿ ਜਿਹੜਾ ਮੇਨ ਕਲਪਰੇਟ ਹੈ, ਜਿਹੜਾ ਮੇਨ ਦੋਸ਼ੀ ਹੈ ਇਸ ਘੁਟਾਲੇ ਦਾ, ਜਿਹਨੇ ਕਿਸਾਨਾਂ ਨਾਲ ਧੋਖਾ ਕੀਤਾ, ਪੰਜਾਬ ਦੀ ਕਿਸਾਨੀ ਨਾਲ ਧੋਖਾ ਕੀਤਾ ਹੈ, ਉਹ ਕਿਸਾਨੀ ਜਿਹੜੀ ਅੱਗੇ ਹੀ ਬੜੀਆਂ ਦਿੱਕਤਾਂ ਦੇ ਵਿੱਚ ਹੈ, ਤੇ ਉਹਦੇ ਨਾਲ ਬੀਜ ਦੇ ਨਾਂ ਦੇ ਉੱਤੇ ਵੀ ਉਹ ਧੋਖਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਔਰ ਕਾਰਵਾਈ ਜਿਹੜੀ ਕਰਨੀ ਪਊਗੀ, ਦੋਸ਼ੀਆਂ ਨੂੰ ਸਜ਼ਾ ਦੇਣੀ ਪਊਗੀ ਸਰਕਾਰ ਨੂੰ। ਜੇ ਨਹੀਂ ਦੇਂਦੀ, ਕੋਈ ਕੋਤਾਹੀ ਕਰਦੀ ਹੈ ਤਾਂ ਮਜਬੂਰ ਕੀਤਾ ਜਾਊਗਾ। ਸਭ ਸਾਡੇ ਨਾਲ ਸੀਨੀਅਰ ਪੱਤਰਕਾਰ ਵਿਨੀਤ ਕਪੂਰ ਚੰਡੀਗੜ੍ਹ ਤੋਂ ਲਾਈਵ ਜੁੜੇ ਹੋਏ ਨੇ, ਉਹ ਤੁਹਾਨੂੰ ਕੁਐਸਚਨ ਕਰਨਾ ਚਾਹੁੰਦੇ ਨੇ। ਜੀ ਵਿਨੀਤ, ਰੱਖੋ ਆਪਣਾ ਕੁਐਸਚਨ। ਵਲਟੋਹਾ ਸਾਹਿਬ, ਇੱਕ ਵੱਡਾ ਸਵਾਲ ਹੈ ਕਿ ਜਦੋਂ ਕਰਨਾਲ ਸੀਡ ਦੇ ਉੱਪਰ ਵਿਕਰਮ ਮਜੀਠੀਆ ਨੇ ਜਾਂ ਹੋਰ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਰੋਪ ਲਾਏ ਸੀ, ਤਾਂ ਉਸ ਤੋਂ ਬਾਅਦ ਸੁਖਜਿੰਦਰ ਰੰਧਾਵਾ ਇਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਉਹਨਾਂ ਦੀ ਸਰਪ੍ਰਸਤੀ ਜਿਹੜੀ ਹੈ ਉਹ ਇਸ ਸੀਡ ਦੇ ਮਾਲਕ ਨੂੰ ਨਹੀਂ ਹੈ, ਇਸ ਫੈਕਟਰੀ ਦੇ ਮਾਲਕ ਨੂੰ ਨਹੀਂ ਹੈ। ਸਿੱਧੇ ਤੌਰ ਤੇ ਕਹਿ ਰਹੇ ਨੇ ਕਿ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਜਦੋਂ ਸਰਕਾਰ ਸੱਤਾ ਦੇ ਵਿੱਚ ਸੀ, ਉਸ ਸਮਾਂ ਫੈਕਟਰੀ ਲਾਈ ਗਈ ਸੀ, ਉਸ ਸਮਾਂ ਉਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਤੁਹਾਡੇ ਤੇ ਆਰੋਪ ਲਾ ਰਹੇ ਨੇ, ਕਹਿ ਰਹੇ ਨੇ ਕਿ ਤੁਹਾਡੇ ਚਹੀਤੇ ਸੀ, ਲੇਕਿਨ ਹੁਣ ਉਹ ਕਾਂਗਰਸ ਵੱਲ ਨੂੰ ਮੂੰਹ ਕਰ ਰਹੇ ਨੇ, ਇਸ ਕਰਕੇ ਅਕਾਲੀ ਉਹਨਾਂ ਤੇ ਆਰੋਪ ਲਾ ਰਹੇ ਨੇ। ਦੇਖੋ, ਜਿੱਥੋਂ ਤੱਕ ਮੇਰਾ ਖਿਆਲ ਕਿ ਪੂਰੇ ਪੰਜਾਬ ਦੇ ਅੰਦਰ ਘੱਟੋ ਘੱਟ 1000 ਬੀਜ ਸਟੋਰ ਹੋਊਗਾ। ਹਰੇਕ ਬੀਜ ਸਟੋਰ ਵਾਲੇ ਨੇ ਕਿਸੇ ਨਾ ਕਿਸੇ ਸਮੇਂ ਜਿਹੜਾ ਆਪਦਾ ਲਾਇਸੈਂਸ ਲਿਆ ਆ। ਜਦੋਂ ਲਾਇਸੈਂਸ ਲੈਂਦਾ ਆ, ਉਦੋਂ ਜਿਹੜੀਆਂ ਸ਼ਰਤਾਂ ਚਾਹੀਦੀਆਂ ਹੁੰਦੀਆਂ ਨੇ, ਉਹ ਨਿਯਮਾਂ ਅਨੁਸਾਰ ਉਹਨੂੰ ਲਾਇਸੈਂਸ ਜਾਰੀ ਕੀਤਾ ਜਾਂਦਾ ਆ। ਪਰ ਕਿਹੜਾ ਬੰਦਾ ਕਿਸ ਸਮੇਂ ਆਣ ਕੇ ਕਰਪਟ ਹੋ ਜੂ, ਕਿਸ ਸਮੇਂ ਆਣ ਕੇ ਉਹਦੇ ਮਨ 'ਚ ਪਾਪ ਆ ਜੂ, ਤੇ ਫਿਰ ਉਹ ਪਤਾ ਕਿਸੇ ਦਾ ਲੱਗਦਾ ਨਹੀਂ। ਕਿਸੇ ਕੋਲ ਥਰਮਾਮੀਟਰ ਨਹੀਂ, ਕਿਸੇ ਅਫਸਰ ਕੋਲੇ ਜਿਹੜਾ ਲਾਇਸੈਂਸ ਜਾਰੀ ਕਰਦਾ ਉਹਦੇ ਕੋਲੇ ਵੀ ਹੈ ਨਹੀਂ। ਔਰ ਜਿਹੜਾ ਲਾਇਸੈਂਸ ਵਿੱਚ ਕੋਈ ਡਰਾਮਾ ਨਹੀਂ, ਜੇ ਇਹਨੂੰ ਅਕਾਲੀ ਸਰਕਾਰ ਸਮੇਂ ਜਾਰੀ ਹੋਇਆ, ਪਰ ਇਹਨੂੰ ਇਹ ਲਾਇਸੈਂਸ ਨਹੀਂ ਦਿੱਤਾ ਗਿਆ ਕਿ ਤੂੰ ਆਣ ਕੇ ਆਉਣ ਵਾਲੇ ਸਮੇਂ 'ਚ ਕਿਸਾਨਾਂ ਦੇ ਨਾਲ ਧੋਖਾ ਕਰੇ। ਔਰ ਜਿਸ ਤੱਕ ਸੁਖੀ ਰੰਧਾਵਾ ਜੀ ਗੱਲ ਕਰਦੇ ਨੇ ਕਿ ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ, ਕਦੀ
ਤੁਸੀਂ ਦੇਖਿਆ ਕਿ ਜਿਸ ਵਿਅਕਤੀ ਦੀ ਕੋਈ ਕਾਰ ਚਲਾਉਂਦਾ ਹੋਵੇ, ਮੰਨ ਲਓ ਮੇਰੀ ਕੋਈ ਕਾਰ ਚਲਾਉਂਦਾ, ਮੇਰਾ ਡਰਾਈਵਰ ਬਣ ਕੇ ਚੱਲਦਾ ਆ, ਤੇ ਮੇਰੀ ਕਾਰ ਦਾ ਸਟੀਅਰਿੰਗ ਕੌਣ ਫੜੂਗਾ? ਜਿਹੜਾ ਮੇਰਾ ਚਹੇਤਾ ਹੋਊਗਾ, ਜਿੱਤੇ ਮੈਨੂੰ ਭਰੋਸਾ ਹੋਊਗਾ, ਜਿੱਤੇ ਮੈਨੂੰ ਵਿਸ਼ਵਾਸ ਹੋਊਗਾ। ਤੇ ਅਜਿਹੀਆਂ ਫੋਟੋ, ਔਰ ਇਹ ਜਗ ਜਾ ਰਿਹਾ ਹੈ ਕਿ ਜਿਹੜਾ ਬਲਟੋਹਾ ਸਾਹਿਬ ਅਗਲਾ ਕੀ ਸਟੈਂਡ ਹੈ ਅਕਾਲੀ ਦਲ ਦਾ ਇਸ ਮਸਲੇ ਤੇ? ਅਗਲਾ ਕੀ ਸਟੈਂਡ ਹੈ? ਤੁਸੀਂ ਡੀਸੀਆਂ ਨੂੰ ਮੈਮੋਰੰਡਮ ਦੇ ਕੇ ਵੀ ਵੇਖ ਲਿਆ, ਤੁਸੀਂ ਹੋਰ ਕੰਮ ਕਰਕੇ ਵੀ ਵੇਖ ਲਿਆ, ਹੁਣ ਅਗਲਾ ਕੀ ਸਟੈਂਡ ਹੈ? ਦੇਖੋ, ਅਜੇ ਅਸੀਂ ਸਰਕਾਰ ਵੱਲ ਦੇਖ ਰਹੇ ਹਾਂ ਕਿ ਸਰਕਾਰ ਨੂੰ ਵੀ ਪਤਾ ਹੈ, ਸਰਕਾਰ ਇੱਕ ਤਰ੍ਹਾਂ ਅਸਿੱਧੇ ਰੂਪ 'ਚ ਸਵੀਕਾਰ ਵੀ ਕਰ ਰਹੀ ਹੈ, ਇੱਥੋਂ ਤੱਕ ਕਿ ਸੁੱਖੀ ਰੰਧਾਵੇ ਵਰਗੇ ਵੀ ਸਵੀਕਾਰ ਕਰ ਰਹੇ ਹੈ ਕਿ ਲੱਕੀ ਨੇ ਜਿਹੜਾ ਕਰਨਾਲ ਸੀਟ ਵਾਲੇ ਆ ਉਹਨਾਂ ਨੇ ਘਪਲਾ ਕੀਤਾ ਆ। ਪਰ ਇਸ ਗੱਲ ਤੋਂ ਭੱਜ ਰਿਹਾ ਕਿ ਮੇਰਾ ਉਹਨਾਂ ਨਾਲ ਸੰਬੰਧ ਕੋਈ ਨਹੀਂ, ਜਦੋਂ ਕਿ ਸੰਬੰਧ ਵੀ ਹੈ ਤੇ ਭਾਵੇਂ ਉਹ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਇਹ ਕਾਰਵਾਈ ਕਰਨੀ ਪਊਗੀ। ਸਾਹਿਬ ਉਹ ਕਹਿੰਦੇ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ, ਸੀਬੀਆਈ ਤੋਂ ਕਰਾਣੀ ਸੀਬੀਆਈ ਤੋਂ ਕਰਾ ਲਓ, ਕਿਸੇ ਜਸਟਿਸ ਤੋਂ ਕਰਾਣੀ ਕਰਾ ਲਓ, ਤੇ ਜੇਕਰ ਮੇਰੇ ਤਾਲੁਕ ਪਾਏ ਜਾਂਦੇ ਨੇ ਮੈਂ ਰਿਜ਼ਾਈਨ ਕਰਨ ਲਈ ਵੀ ਤਿਆਰ ਹਾਂ। ਨਹੀਂ, ਜਾਂਚ ਕਰਾਉਣੀ ਕਿੰਨੇ ਹੈ? ਸਰਕਾਰ ਕਿਹਨਾਂ ਦੀ ਹੈ? ਮਾਰ ਕਿੰਨੇ ਕਰਨੀ ਹੈ? ਉਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ, ਸੁੱਖੀ ਰੰਧਾਵੇ ਹੋਰਾਂ ਦੀ ਸਰਕਾਰ ਹੈ, ਉਹਨਾਂ ਨੇ ਮਾਰ ਕਰਨੀ ਹੈ ਨਾ, ਉਹਨਾਂ ਨੇ ਜਾਂਚ ਕਿਸੇ ਨੂੰ ਦੇਣੀ ਹੈ ਨਾ, ਜਿਹਨੂੰ ਦੇਣੀ ਹੈ ਦੇਣ। ਔਰ ਕਿਉਂਕਿ ਇਹ ਜਿਹੜਾ ਘਪਲਾ ਆ, ਜਿਹੜਾ ਘੁਟਾਲਾ ਆ, ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਇਲਜ਼ਾਮ ਲਗਾਏ ਗਏ ਸਨ ਕਿ ਸਾਬਕਾ ਮੰਤਰੀ ਤੋਤਾ ਸਿੰਘ ਦੇ ਉੱਪਰ ਉਹਨਾਂ ਦੇ ਇਲਜ਼ਾਮ ਸਨ ਕਿ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਨਹੀਂ ਦਿੱਤਾ ਗਿਆ ਤੇ ਇਸ ਜਾਂਚ ਕਰਨ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ। ਸ਼ਾਇਦ ਉਹਨਾਂ ਦਾ ਹੱਥ ਹੈ ਇਸ ਦੇ ਵਿੱਚ। ਕਿਸ ਤਰ੍ਹਾਂ? ਜਿਹੜੇ ਆਮ ਆਦਮੀ ਪਾਰਟੀ, ਬਲਟੋਹਾ ਸਾਹਿਬ ਮੈਂ ਸਪਸ਼ਟ ਕਰਨਾ ਚਾਹੂੰਗਾ ਜੀ ਇਸ ਮਾਮਲੇ ਦੇ ਵਿੱਚ ਜਦੋਂ ਵਿਕਰਮ ਮਜੀਠੀਆ ਨੇ ਆਰੋਪ ਲਾਏ ਸੀ ਤੇ ਉਸ ਸਮਾਂ ਸੁਖਜਿੰਦਰ ਰੰਧਾਵਾ ਕਹਿੰਦੇ ਨਜ਼ਰ ਆਉਂਦੇ ਸੀ ਕਿ ਤੋਤਾ ਸਿੰਘ ਦੇ ਜਦੋਂ ਮੰਤਰੀ ਸੀ ਉਸ ਸਮਾਂ ਵੀ ਕਿਸੇ ਤਰ੍ਹਾਂ ਦਾ ਘੁਟਾਲਾ ਹੋਇਆ ਸੀ, ਉਸ ਦੀ ਜਾਂਚ ਹੋਣੀ ਚਾਹੀਦੀ। ਇਸ ਤੋਂ ਇਲਾਵਾ ਅਗਰ ਆਪਾਂ ਡੇਰਾ ਬਾਬਾ ਨਾਨਕ ਜਾਂ ਗੁਰਦਾਸਪੁਰ ਹਲਕੇ ਦੀ ਗੱਲ ਕਰੀਏ ਤੇ ਤੁਹਾਡੇ ਇੱਕ ਸੀਨੀਅਰ ਆਗੂ ਹੈ, ਉਹਨਾਂ ਤੇ ਵੀ ਉਹਨਾਂ ਨੇ ਗੰਭੀਰ ਆਰੋਪ ਲਾਏ। ਦੋਨਾਂ ਦੇ ਖਿਲਾਫ ਉਹ ਕਹਿੰਦੇ ਜਾਂਚ ਕਰਾਓ, ਨਾਲੇ ਇਸ ਮਾਮਲੇ ਦੀ ਵੀ ਜਾਂਚ ਕਰਾਓ, ਹਰ ਤਰ੍ਹਾਂ ਦੀ ਜਾਂਚ ਲਈ ਆਪਾਂ ਤਿਆਰ ਹਾਂ। ਦੇਖੋ, ਸਾਡੀ ਬੇਨਤੀ ਹੈਗੀ ਹੈ ਕਿ ਜਾਂਚ ਕਰਾਉਣੀ ਹੈ ਜਿਹੜੀ ਮੌਜੂਦਾ ਸਰਕਾਰ ਹੈ, ਪਹਿਲਾਂ ਇਸ ਘਟਾਲੇ ਦੀ ਤੇ ਕਰਾਉਣ ਜੇ ਉਹ ਨਾਲ ਪਿੱਛੇ ਕਿਸੇ ਦੀ ਹੋਰ ਦੀ ਵੀ ਕਰਾਉਣਾ ਚਾਹੁੰਦੇ, ਜੀ ਸਰ ਕੀ ਕਰਾਉਣ, ਉਹਨਾਂ ਕੋਲ ਅਧਿਕਾਰ ਹੈ, ਉਹਨਾਂ ਕੋਲ ਪਾਵਰ ਹੈ। ਜੇ ਜਥੇਦਾਰ ਤੋਤਾ ਸਿੰਘ ਨੇ ਕੋਈ ਗਲਤੀ ਕੀਤੀ ਹੈ ਤਾਂ ਫਾਹੇ ਟੰਗੋ। ਪਰ ਕਿਉਂਕਿ ਜਥੇਦਾਰ ਤੋਤਾ ਸਿੰਘ ਹੋਰਾਂ ਦੇ ਸਮੇਂ ਇਨਕੁਆਇਰੀ ਹੋਈ, ਸਾਰਾ ਕੁਝ ਹੋਇਆ, ਔਰ ਜਿਹੜਾ ਡਾਇਰੈਕਟਰ ਸੀਗਾ ਖੇਤੀਬਾੜੀ ਉਹਨੂੰ ਫੜ ਕੇ ਅੰਦਰ ਦਿੱਤਾ। ਉਸ ਡਾਇਰੈਕਟਰ ਦੇ ਵਿਰੁੱਧ ਕਾਰਵਾਈ ਕੀਤੀ ਜਿਹਨੇ ਕੋਈ ਕੁਤਾਹੀ ਕੀਤੀ ਸੀਗੀ, ਉਹ ਜਿਹਨੇ ਕੁਤਾਹੀ ਕੀਤੀ ਸੀ ਉਹਦੇ ਉੱਤੇ ਕਾਰਵਾਈ ਹੋਈ ਔਰ ਸਾਰੀ ਜਾਂਚ ਹੋਈ। ਜਾਂਚ ਦੇ ਵਿੱਚ ਜਿਹਦਾ ਦੋਸ਼ ਨਿਕਲਿਆ ਉਹਦੇ ਵਿਰੁੱਧ ਕਾਰਵਾਈ ਹੋਈ। ਇੱਥੇ ਤਾਂ ਜਾਂਚ ਹੀ ਨਹੀਂ ਕਰਾ ਰਹੇ। ਇੱਥੇ ਤਾਂ ਕਰਨਾਲ ਸੀਟ ਜਿਹਨੇ ਸਪਲਾਈ ਕੀਤੀ ਆ, ਜਿਹਨੇ ਘੁਟਾਲਾ ਕੀਤਾ ਆ, ਜਿਹਨੇ ਇੱਕ ਹਜ਼ਾਰਾਂ ਕੁਇੰਟਲ ਜਿਹੜਾ ਬੀਜ ਜਾਲੀ ਬਣਾ ਕੇ ਪੰਜਾਬ ਦੇ ਕਿਸਾਨਾਂ ਦੇ ਨਾਲ ਠੱਗੀ ਮਾਰੀ ਹੈ, ਉਹਦੇ ਵੱਲ ਕੋਈ ਝਾਕ ਨਹੀਂ ਰਿਹਾ। ਝਾਕ ਕਿਉਂ ਨਹੀਂ ਰਿਹਾ? ਕਿ ਉਹਨੂੰ ਸਰਪ੍ਰਸਤੀ ਹਾਸਲ ਹੈ। ਸਰਪ੍ਰਸਤੀ ਕਿਹਦੀ ਹਾਸਲ ਹੈ? ਜਿਹਦਾ ਖਾਸਮ ਖਾਸ ਹੈ। ਉਹ ਤਾਂ ਖੁਦ ਕਹਿੰਦਾ ਹੈ, ਜਿਹੜਾ ਕਰਨਾਲ ਸੀਟ ਵਾਲਾ ਲਖਵਿੰਦਰ ਸਿੰਘ ਲੱਕੀ ਹੈ, ਉਹ ਖੁਦ ਕਹਿੰਦਾ ਕਿ ਮੇਰੇ ਤੱਲੋਕਾਤ ਨੇ ਸੁੱਖੀ ਰੰਧਾਵਾ ਜੀ ਦੇ ਨਾਲ, ਮੈਂ ਉਹਨਾਂ ਦੇ ਨਾਲ ਹੈ। ਤੇ ਸੁੱਖੀ ਰੰਧਾਵਾ ਜੀ ਕਹਿੰਦੇ ਮੇਰੇ ਨਾਲ ਨਹੀਂ। ਤੇ ਸੁੱਖੀ ਰੰਧਾਵਾ ਜੀ ਦੀਆਂ ਗੱਡੀਆਂ ਵੀ ਉਹ ਚਲਾਵੇ, ਉਹਨਾਂ ਦੇ ਘਰੇ ਵੀ ਆਵੇ ਜਾਵੇ, ਉੱਥੇ ਕੁਲਫੀਆਂ ਵੀ ਖਾਵੇ, ਉੱਥੇ ਖਾਣੇ ਵੀ ਖਾਵੇ, ਤੇ ਇਹ ਕਹਿੰਦੇ ਕਿ ਮੇਰੀ ਸਾਂਝ ਕੋਈ ਨਹੀਂ ਹੈਗੀ। ਇਸ ਤੋਂ ਮਾੜੀ ਗੱਲ ਕਿਹੜੀ ਹੋ ਸਕਦੀ? ਤੁਹਾਡਾ ਬਹੁਤ-ਬਹੁਤ ਧੰਨਵਾਦ ANB ਨਿਊਜ਼ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਵਨੀਤ, ਇੱਕ ਵੱਡਾ ਸਵਾਲ ਖੜਾ ਹੁੰਦਾ ਸੂਬਾ ਸਰਕਾਰ ਦੇ ਉੱਪਰ ਕਿ ਆਖਿਰ ਜੋ ਬੀਜ ਘੁਟਾਲੇ ਨੂੰ ਮਹੱਤਤਾ ਦੇ ਰਹੇ ਨੇ, ਜਾਂ ਬੀਜ ਦੀ ਲਗਾਤਾਰ ਸਮਗਲਿੰਗ ਕਰ ਰਹੇ ਨੇ, ਕਰਨਾਲ ਸੀਟ ਦੇ ਉੱਪਰ ਹਾਲੇ ਤੱਕ ਕਿਉਂ ਕਾਰਵਾਈ ਨਹੀਂ ਹੋਈ? ਇੱਕ ਵੱਡਾ ਸਵਾਲ ਖੜਾ ਹੁੰਦਾ। ਸੋ ਵਨੀਤ, ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤਮਾਮ ਜਾਣਕਾਰੀ ਸਾਂਝਾ ਕਰਨ ਦੇ ਲਈ।